ਇਹਨਾਂ ਨੇ ਰੱਖਿਆ ਕਿ ਸੱਚੇ ਪਾਤਸ਼ਾਹ ਹਜ਼ੂਰ ਦੀ ਖੁਸ਼ੀ ਲੈਣ ਵਾਸਤੇ ਜਿਹੜਾ ਸਾਨੂੰ ਮਾਣ ਦਿੱਤਾ ਜਾਂਦਾ ਹੈ, ਗੁਰੂ ਕਲਗੀਧਰ ਪਾਤਸ਼ਾਹ ਹਜ਼ੂਰ ਦੇ ਦਰ ਤੋਂ ਖੰਡੇ ਬਾਟੇ ਦੀ ਪਹੁਲ ਲੈ ਕੇ ਸਾਰੇ ਖਾਲਸਾ ਪੰਥ ਨੂੰ ਇੱਕ ਸੂਤਰ ਚ ਪਰੋਂਦਿਆਂ ਹੋਇਆਂ ਇੱਕ ਮਾਣ ਮਿਲਦਾ ਹੈ ਕਿ ਅਸੀਂ ਅੱਜ ਤੋਂ ਬਾਅਦ ਪਿਤਾ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ, ਮਾਤਾ ਸਾਡੇ ਮਾਤਾ ਸਾਹਿਬ ਕੌਰ ਜੀ ਹਨ, ਘਰ ਸਾਡਾ ਸ਼੍ਰੀ ਅਨੰਦਪੁਰ ਸਾਹਿਬ ਹੈ। ਇਹ ਬਹੁਤ ਪਿਆਰੀ ਸੋਚ ਹੈ, ਇਹ ਬਹੁਤ ਕਮਾਲ ਦੀ ਸਾਡੇ ਪੁਰਖਿਆਂ ਨੇ, ਸਾਡੇ ਵੱਡਿਆਂ ਨੇ, ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਕਮਾਲ ਦੀ ਸੋਚ ਦਿੱਤੀ ਹੈ ਕਿ ਸਾਰਾ ਪੰਥ ਇੱਕ ਪਰਿਵਾਰ ਬਣ ਜਾਂਦਾ ਹੈ, ਸਾਰਾ ਪੰਥ ਇੱਕ ਦੂਜੇ ਦਾ ਸਾਕ ਸੰਬੰਧੀ ਬਣ ਜਾਂਦਾ ਹੈ, ਸਾਰੇ ਪੰਥ ਦੇ ਆਪਸ ਵਿੱਚ ਰਿਸ਼ਤੇ ਗੂੜੇ ਹੋ ਜਾਂਦੇ ਆ ਜਦੋਂ ਸਾਡਾ ਪਿਤਾ ਇੱਕ ਹੈ, ਮਾਤਾ ਇੱਕ ਹੈ, ਘਰ ਇੱਕ ਹੈ, ਤੇ ਫਿਰ ਅਸੀਂ ਸਾਰੇ ਇੱਕ ਪਰਿਵਾਰ ਹਾਂ। ਭਾਵੇਂ ਕੋਈ ਕਿਸੇ ਪ੍ਰਾਂਤ ਵਿੱਚ ਆ, ਭਾਵੇਂ ਕੋਈ ਕਿਸੇ ਦੇਸ਼ ਵਿੱਚ ਆ, ਭਾਵੇਂ ਕੋਈ ਕਿਸੇ ਧਰਤੀ ਤੇ ਆ। ਸੋ ਵੱਡਾ ਮਾਣ ਸਾਨੂੰ ਮਿਲਦਾ ਵੀ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ। ਤੇ ਸਤਿਗੁਰੂ ਜੀ ਨੇ ਵੀ ਇਹ ਮਾਣ ਜਿਹੜਾ ਪਹਿਲਾਂ ਭਾਈ ਸੁਖਚੈਨ ਸਿੰਘ ਜੀ ਹੋਰਾਂ ਨੇ ਬੇਨਤੀ ਰੂਪ ਵਿੱਚ ਪਹਿਲਾਂ ਕਿਹਾ ਸੀ ਕਿ ਸਤਿਗੁਰੂ ਜੀ ਨੇ ਵੀ ਇਹੀ ਕਿਹਾ ਸੀ ਕਿ ਜੇ ਮੇਰੇ 4 ਪੁੱਤਰ ਸ਼ਹੀਦ ਹੋ ਗਏ ਨੇ ਤੇ ਕੋਈ ਚਿੰਤਾ ਨਹੀਂ, ਇਹ ਸਾਰਾ ਖਾਲਸਾ ਪੰਥ ਮੇਰਾ ਪੁੱਤਰ ਹੈ। ਜਿਹੜੇ ਬਚਨ ਅਕਸਰ ਹਰ ਸਿੱਖ ਦੀ ਜ਼ੁਬਾਨ ਤੇ ਚੜੇ ਹੋਏ ਆ, ਉਹ ਬਚਨ ਅਸਲ ਵਿੱਚ ਇੱਕ ਡੂੰਘਾ ਅਹਿਸਾਸ ਨੇ, ਸਮਝਣਾ ਵਿਚਾਰਨਾ ਬੜੀ ਗੰਭੀਰਤਾ, ਬਹੁਤ ਹੀ ਗਹਿਰਾ ਅਹਿਸਾਸ ਹੈ ਉਹਨਾਂ ਦਾ। ਖਿਮਾ ਕਰਨਾ ਜੀ, ਕੋਈ ਕਾਲ ਡਿਸਟਰਬ ਕਰ ਰਹੀ ਸੀ। ਉਹ ਮੈਂ ਫਿਰ ਬੇਨਤੀ ਕਰ ਰਿਹਾ, ਸਾਰਿਆਂ ਨੂੰ ਮਹਿਸੂਸ ਕਰਿਓ, ਧੁਰ ਅੰਦਰੋਂ ਮਹਿਸੂਸ ਕਰਿਓ ਜਦੋਂ ਅਸੀਂ ਇਹ ਪੜ੍ਹਦੇ ਹਾਂ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਜਦੋਂ ਗੁਰੂ ਸਾਹਿਬ ਜੀ ਦੇ ਬਚਨ ਸਾਡੀਆਂ ਅੱਖਾਂ ਸਾਹਮਣੇ ਆਉਂਦੇ ਆ ਤੇ ਸਾਡੇ ਵੱਲ ਇਸ਼ਾਰਾ ਕਰਕੇ ਸਾਹਿਬ ਕਹਿ ਰਹੇ ਨੇ ਇਨ ਪੁੱਤਰਨ ਕੇ ਸੀਸ ਪੇ। ਉਹ ਪੁੱਤਰ ਹੋਣ ਦਾ ਜਦੋਂ ਸ਼ਬਦ ਅਸੀਂ ਪੜ੍ਹਦੇ ਹਾਂ, ਉਹਦੇ ਚ ਬਹੁਤ ਡੂੰਘਾ ਅਹਿਸਾਸ ਹੈ ਵੀ ਕਿਸ ਫਖਰ ਨਾਲ ਮਹਾਰਾਜ ਨੇ ਕਿਹਾ ਹੋਏਗਾ। ਔਰ ਗੁਰੂ ਸਾਹਿਬ ਜੀ ਨੇ ਜਫਰਨਾਮੇ ਦੇ ਅੰਦਰ ਇਹ ਬੋਲ ਲਿਖੇ ਨੇ ਕਿ ਔਰੰਗਜ਼ੇਬ ਤੂੰ ਇਹ ਸਮਝਦਾ ਕਿ ਮੈਂ 4 ਜਿਹੜੇ ਨੇ ਭੁਜੰਗੀ 4 ਜਿਹੜੇ ਤੂੰ ਸਮਝਦਾ ਇਹ ਸ਼ਬਦ ਬੋਲਦਾ ਕਿ ਮੈਂ ਸੱਪ ਦੇ ਬੱਚੇ ਮਸਲ ਦਿੱਤੇ ਨੇ, ਕੁਚਲ ਦਿੱਤੇ ਨੇ, ਪਰ ਮੇਰਾ ਫਨੀਅਰ ਖਾਲਸਾ ਮੇਰਾ ਪੁੱਤਰ ਜਿਹੜਾ ਹੈ ਉਹ ਅਜੇ ਜਿਉਂਦਾ, ਜਿਹਨੇ ਤੇਰੇ ਕਦਮਾਂ ਦੇ ਅੰਦਰ ਭਾਂਬੜ ਬਾਲ ਦੇਣੇ ਨੇ, ਤੇਰੇ ਜ਼ੁਲਮ ਨੂੰ ਰਾਖ ਕਰ ਦੇਣਾ। ਜਿਹਾ ਸੁਧ ਕੇ ਤੂੰ ਬਚਗਾ ਕੁਸ਼ਤਾਚਾਰ ਕਿ ਬਾਕੀ ਬੇਮਾਦਸਤ ਪੇਚੀ ਦਾ ਮਾਰ। ਤੂੰ ਸਮਝਦਾ ਕਿ 4 ਮੁਕਾ ਦਿੱਤੇ ਨੇ, ਪਰ ਮੇਰਾ ਖਾਲਸਾ ਪੁੱਤਰ ਜਿਹੜਾ ਨਾ ਉਹ ਕੁੰਡਲੀਆ ਸੱਪ, ਫਨੀਅਰ ਸੱਪ ਤੇਰੇ ਜ਼ੁਲਮ ਨੂੰ ਡੰਗਣ ਵਾਸਤੇ ਤਿਆਰ ਬਰ ਤਿਆਰ ਹੈ। ਚਮਰਦੀ ਕੇ ਅਗਰ ਖਾਮੋਸ਼ਾ ਕੁਨੀ ਕਿ ਆਤਿਸ਼ ਦਿਮਾਰਾ ਫਿਰੋਜ਼ਾ ਕੁਨੀ। 4 ਚੰਗਿਆੜੀਆਂ ਤੂੰ ਬੁਝਾ ਲਈਆਂ, ਪਰ ਤੇਰੀ ਇਹ ਜ਼ੁਲਮ ਦੀ ਸਲਤਨਤ ਦਾ ਭਾਂਬੜ ਮਚਾਉਣ ਵਾਸਤੇ ਮੇਰਾ ਖਾਲਸਾ ਪੁੱਤਰ ਜਿਹੜਾ ਉਹ ਤਿਆਰ ਬਰ ਤਿਆਰ ਹੈ। ਔਰ ਇਹ ਬੜੇ ਫਖਰ ਭਰੇ ਬਚਨ ਹਨ ਸਾਡੇ ਵਾਸਤੇ। ਬਾਕੀ ਦੋਸ਼ਣ ਵਾਸਤੇ ਕਿਤੇ ਸੁਰਤ ਜੋੜ ਕੇ ਮਹਿਸੂਸ ਕਰੀਏ ਤੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਰ ਮਾਣ ਨਾਲ ਕਹਿ ਰਹੇ ਹੋਣ, ਉਹਨਾਂ ਵਾਸਤੇ ਕਿੱਡਾ ਵੱਡਾ ਗੌਰਵ ਹੈ ਤੇ ਇੱਕ ਡੂੰਘਾ ਅਹਿਸਾਸ ਵੀ ਹੈ ਵੀ ਗੁਰੂ ਕੇ ਪੁੱਤਰ ਬਣਨ ਵਾਸਤੇ ਸਾਡੀਆਂ ਜ਼ਿੰਮੇਵਾਰੀਆਂ ਵੱਡੀਆਂ ਹੋ ਜਾਂਦੀਆਂ। ਜਦੋਂ ਸਾਨੂੰ ਇਹ ਮਾਣ ਮਿਲਦਾ ਹੈ, ਰੁਤਬਾ ਮਿਲਦਾ ਹੈ, ਤੇ ਜਿੱਥੇ ਆਦਰ ਪੱਤ ਮਿਲਦਾ ਹੈ, ਜਿੱਥੇ ਸਵੈ ਮਾਣ ਮਿਲਦਾ ਹੈ, ਉੱਥੇ ਬਹੁਤ ਵੱਡਾ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਸਾਡੇ ਸਿਰ ਤੇ ਹੁੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਆਪਣੇ ਪੁੱਤਰ ਕਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦਾ ਰਸਤਾ ਉਹ ਦੁਨੀਆ ਤੋਂ ਵੱਖਰਾ ਹੋਣਾ ਚਾਹੀਦਾ। ਅਰਦਾਸ ਦੇ ਸ਼ਬਦ ਅਸੀਂ ਪੜ੍ਹਦੇ ਹਾਂ, ਸਾਰਾ ਪੰਥ ਪੜ੍ਹਦਾ ਹੈ, ਤੇ ਜਦੋਂ ਅਸੀਂ ਅਰਦਾਸ ਵਿੱਚ ਯਾਦ ਕਰਦੇ ਹਾਂ ਸਾਹਿਬਜ਼ਾਦਿਆਂ ਨੂੰ, ਉਹ ਸਾਹਿਬਜ਼ਾਦੇ ਸ਼ਬਦ ਦਾ ਅਰਥ ਬੜਾ ਸਪਸ਼ਟ ਜਿਹਾ। ਸਾਹਿਬ ਸਤਿਗੁਰੂ ਸਾਹਿਬਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਅਸੀਂ ਸਤਿਗੁਰੂ ਸਾਹਿਬਾਨ ਨੂੰ ਸਾਹਿਬ ਕਹਿੰਦੇ ਹਾਂ, ਇੱਕ ਜੋਤ ਮੰਨਦੇ। ਗੁਰੂ ਕੇ ਸਪੁੱਤਰਾਂ ਨੂੰ, ਗੁਰੂ ਕੇ ਜਾਇਆਂ ਨੂੰ, ਜਿਹੜੇ ਗੁਰੂ ਸਾਹਿਬ ਜੀ ਦੇ ਬਿੰਦੀ ਪੁੱਤਰ ਨੇ, 2 ਤਰ੍ਹਾਂ ਦੀ ਸੰਤਾਨ ਅਸੀਂ ਸੰਸਾਰ ਤੇ ਮੰਨਦੇ ਹਾਂ, ਇੱਕ ਨਾਦੀ ਪੁੱਤਰ, ਇੱਕ ਬਿੰਦੀ ਪੁੱਤਰ। ਸੋ ਬੜਾ ਮਾਣ ਹੁੰਦਾ ਜੀ ਜਦੋਂ ਕੋਈ ਬਿੰਦੀ ਪੁੱਤਰ ਗੁਰੂ ਕੇ ਹੋਣ ਦਾ ਮਾਣ ਮਿਲਦਾ ਕਿਸੇ ਨੂੰ, ਅਸੀਂ ਬੜਾ ਆਦਰ ਅਦਬ ਸਤਿਕਾਰ ਕਰਦੇ ਹਾਂ, ਇੱਜ਼ਤ ਨਾਲ ਅਸੀਂ ਉਹਨਾਂ ਦਾ ਨਾਂ ਲੈਂਦੇ ਹਾਂ। ਪਰ ਜਦੋਂ ਅਸੀਂ ਅਰਦਾਸ ਵਿੱਚ ਪੰਥ ਯਾਦ ਕਰਦਾ, ਸਾਰਾ ਪੰਥ ਜਦੋਂ ਅਰਦਾਸ ਦੀ ਘਾਟ ਕਰਦਾ, ਗੁਰੂ ਦੇ ਪੰਥ ਵਿੱਚ ਤੇ ਗੁਰੂ ਦੇ ਘਰ ਵਿੱਚ ਪ੍ਰਵਾਨ ਚੜੇ ਹੋਏ ਜਦੋਂ ਪੁੱਤਰਾਂ ਦਾ ਜ਼ਿਕਰ ਹੁੰਦਾ,
ਤੇ ਉਦੋਂ ਸਾਹਿਬਜ਼ਾਦਿਆਂ ਦੀ ਗਿਣਤੀ ਵਿੱਚ ਅਸੀਂ ਸਾਰੇ ਕਹਿੰਦੇ ਆ 5 ਪਿਆਰਿਆਂ 4 ਸਾਹਿਬਜ਼ਾਦਿਆਂ। ਹੁਣ ਗੱਲ ਬੜੀ ਕਮਾਲ ਦੀ ਹੈ ਵੀ ਸਾਹਿਬ ਜੀ ਦੇ ਪੁੱਤਰ ਤਾਂ ਹੋਰ ਵੀ ਹੋਏ ਨੇ, ਕੁਝ ਤੇ ਗੁਰੂ ਸਾਹਿਬਾਨ ਦੇ ਉਸ ਪੁੱਤਰ ਜਿਨ੍ਹਾਂ ਦੇ ਅੰਦਰ ਗੁਰੂ ਜੋਤ ਵਿਦਵਾਨ ਹੋਈ, ਕੁਝ ਗੁਰੂ ਜੋਤ ਤੋਂ ਇਲਾਵਾ ਵੀ, ਜਿਵੇਂ ਗੁਰੂ ਅਰਜਨ ਸਾਹਿਬ ਜੀ ਗੁਰੂ ਜੋਤ ਦੇ ਵਾਰਸ ਬਣੇ, ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਜੋਤ ਦੇ ਵਾਰਸ ਬਣੇ, ਫਿਰ ਗੁਰੂ ਸਪੁੱਤਰਾਂ ਦੇ ਵਿੱਚੋਂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੁਰੂ ਜੋਤ ਦੇ ਵਾਰਸ ਬਣੇ। ਉਹ ਗੁਰੂ ਜੋਤ ਗੁਰੂ ਪ੍ਰਣਾਲੀ ਤੋਂ ਇਲਾਵਾ ਵੀ ਗੁਰੂ ਕੇ ਸਪੁੱਤਰ ਹੋਏ ਨੇ, ਗੁਰੂ ਕੇ ਸਾਹਿਬਜ਼ਾਦੇ ਹੋਏ ਨੇ। ਪਰ ਜਦੋਂ ਅਸੀਂ ਕਮਾਈ ਦਾ ਧਿਆਨ ਧਰਦੇ ਹਾਂ, ਜਦੋਂ ਅਸੀਂ ਉੱਚੇ ਸੁੱਚੇ ਜੀਵਨ ਦਾ ਧਿਆਨ ਧਰਦੇ ਹਾਂ, ਜਦੋਂ ਅਸੀਂ ਕੁਰਬਾਨੀ ਦਾ ਧਿਆਨ ਧਰਦੇ ਹਾਂ, ਜਦੋਂ ਅਸੀਂ ਪ੍ਰੇਰਨਾ ਸਰੋਤ ਮੰਨਦੇ ਹਾਂ, ਜਦੋਂ ਅਸੀਂ ਆਪਣੇ ਆਦਰਸ਼ ਮੰਨ ਕੇ ਉਹਨਾਂ ਨੂੰ ਆਪਣੀ ਸੁਰਤ ਦੇ, ਆਪਣੀ ਸਿਮਰਤੀ ਦੇ ਵਿੱਚ ਵਸਾਉਂਦੇ ਹਾਂ, ਤੇ ਫਿਰ ਸ਼ਬਦ ਵਰਤਿਆ ਜਾਂਦੇ ਆ ਕਿ 4 ਸਾਹਿਬਜ਼ਾਦੇ। ਆਪਣੇ ਆਪ 'ਚ ਸਵਾਲ ਖੜਾ ਹੁੰਦਾ ਹੈ ਕਿ ਬਾਕੀ ਸਾਹਿਬਾਂ ਦੇ ਸਾਹਿਬਜ਼ਾਦੇ ਵੀ ਸਨ। ਹੁਣ ਜਦੋਂ ਅਸੀਂ ਰੂਟੀਨ 'ਚ ਵੇਖਦੇ ਹਾਂ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 2 ਸਪੁੱਤਰ ਨੇ, ਅਸੀਂ ਉਹਨਾਂ ਨੂੰ ਵੀ ਸਾਹਿਬਜ਼ਾਦੇ ਕਹਾਂਗੇ। ਸਾਹਿਬ ਦੇ ਸਪੁੱਤਰ ਨੇ, ਸਾਹਿਬਜ਼ਾਦੇ ਹੀ ਕਿਹਾ ਜਾਂਦਾ ਸੀ, ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ 2 ਸਪੁੱਤਰ ਨੇ, ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ। ਅਦਬ ਦੇ ਨਾਲ ਗੁਰੂ ਸੰਤਾਨ ਹੋਣ ਕਰਕੇ ਅਸੀਂ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ। ਗੁਰੂ ਕੇ ਬਿੰਦੀ ਸਪੁੱਤਰ ਨੇ, ਗੁਰੂ ਕੇ ਹੱਥਾਂ ਵਿੱਚ ਖੇਡੇ ਪਲੇ ਨੇ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੀ ਨਜ਼ਰ ਨਾਲ ਨਿਵਾਜਿਆ ਹੋਏਗਾ। ਸੋ ਇਸੇ ਤਰ੍ਹਾਂ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਤੇ ਮੋਰੀ ਜੀ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਧੰਨ ਗੁਰੂ ਅਰਜਨ ਸਾਹਿਬ ਤੇ ਗੁਰੂ ਜੋਤ ਦੇ ਵਾਰਸ ਬਣੇ, ਤੇ 2 ਸਪੁੱਤਰ ਹੋਰ ਵੀ ਨੇ, ਪਿਰਥੀ ਚੰਦ ਤੇ ਬਾਬਾ ਮਹਾਦੇਵ ਜੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਜੋਤ ਦੇ ਵਾਰਸ ਬਣਦੇ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ, ਜਿਨ੍ਹਾਂ ਦੇ ਅੰਦਰ ਗੁਰੂ ਜੋਤ ਵਿਦਮਾਨ ਹੁੰਦੀ ਹੈ। ਉਹਨਾਂ ਤੋਂ ਇਲਾਵਾ 4 ਸਪੁੱਤਰ ਹੋਰ ਨੇ ਮਹਾਰਾਜ ਦੇ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ। ਫਿਰ ਸਾਹਿਬ ਗੁਰੂ ਹਰ ਰਾਏ ਮਹਾਰਾਜ ਜੀ ਦੇ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਤੋਂ ਇਲਾਵਾ ਰਾਮ ਰਾਏ ਵੀ ਉਹਨਾਂ ਦੇ ਸਪੁੱਤਰ ਨੇ, ਉਹਨਾਂ ਦੇ ਗ੍ਰਹਿ ਵਿਖੇ ਪੈਦਾ ਹੋਏ ਨੇ। ਹੁਣ ਜਦੋਂ ਅਸੀਂ ਸਾਹਿਬ ਦੇ ਘਰ ਜਾਇਆਂ ਨੂੰ ਸਾਹਿਬਜ਼ਾਦੇ ਹੀ ਕਿਹਾ ਜਾਂਦਾ ਸੀ, ਪਰ ਜਦੋਂ ਧਿਆਨ ਧਰਦੇ ਹਾਂ, ਜਦੋਂ ਸੁਰਤ ਜੋੜਦੇ ਹਾਂ, ਜਦੋਂ ਸਿਮਰਤੀ ਦਾ ਹਿੱਸਾ ਬਣਾਉਂਦੇ ਹਾਂ, ਜਦੋਂ ਅਸੀਂ ਆਪਣਾ ਆਦਰਸ਼ ਬਣਾ ਕੇ ਆਪਣੀਆਂ ਅੱਖਾਂ ਸਾਹਮਣੇ ਲਿਆਉਂਦੇ ਹਾਂ, ਤੇ ਅਸੀਂ ਕਹਿੰਦੇ ਹਾਂ 4 ਸਾਹਿਬਜ਼ਾਦੇ। ਮੈਂ ਫਿਰ ਬੇਨਤੀ ਕਰਦਾ ਕਿ ਜਿਹੜੇ ਗੁਰੂ ਜੋਤ ਦੇ ਵਾਰਸ ਬਣੇ ਉਹਨਾਂ ਨੂੰ ਪਾਸੇ ਰੱਖੀ। ਉਹਦੇ ਤੋਂ ਇਲਾਵਾ ਜਦੋਂ ਅਸੀਂ ਪ੍ਰਵਾਨ ਚੜਿਆ ਹੋਇਆਂ ਨੂੰ ਗਿਣਦੇ ਹਾਂ, ਤੇ ਫਿਰ 4 ਸਾਹਿਬਜ਼ਾਦਿਆਂ ਨੂੰ ਸਾਰਾ ਪੰਥ ਯਾਦ ਕਰਦਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਪੁੱਤਰ, ਧਰਮ ਤੋਂ ਜ਼ਿੰਦਗੀ ਕੁਰਬਾਨ ਕਰਨ ਵਾਲੇ, ਆਪਣੀ ਚਰਬੀ ਦੀ ਮਿਸਾਲ ਬਾਲ ਕੇ ਸਾਨੂੰ, ਸਾਡੇ ਜੀਵਨ ਨੂੰ, ਪੰਥ ਦੇ ਰਾਹ ਨੂੰ, ਲੋਕਾਈ ਨੂੰ ਰੁਸ਼ਨਾਉਣ ਵਾਲੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। ਹੁਣ ਇਹਨੂੰ ਪਹਿਲਾਂ ਧਿਆਨ 'ਚ ਚੰਗੀ ਤਰ੍ਹਾਂ ਆਪਾਂ ਸਾਰੇ ਰੱਖ ਲਈਏ। ਆਪਾਂ ਸਿਖਿਆਰਥੀ ਰੂਪ 'ਚ ਬੈਠੇ ਹਾਂ, ਆਪਾਂ ਸਾਰੇ ਸਟੂਡੈਂਟ ਰੂਪ 'ਚ ਬੈਠੇ ਹਾਂ। ਤੋ ਸਾਹਿਬ ਦੇ ਜਾਏ, ਮੈਂ ਜਿਹੜੇ ਪਹਿਲਾਂ ਗਿਣਤੀ ਕਰਕੇ ਦੱਸੀ, ਬਾਬਾ ਸ੍ਰੀ ਚੰਦ ਜੀ ਤੋਂ ਲੈ ਕੇ ਰਾਮ ਰਾਏ ਤੱਕ, ਉਹਨਾਂ ਸਾਰਿਆਂ ਨੂੰ ਗੁਰੂ ਕੇ ਜਾਏ ਕਵਾਂਗੇ, ਅਸੀਂ ਸਾਹਿਬਜ਼ਾਦੇ ਕਵਾਂਗੇ। ਪਰ ਪ੍ਰਵਾਨ ਚੜੇ ਪੰਥ ਲਈ ਰੋਸ਼ਨ ਮਨਾਰਾ, ਕੁਰਬਾਨੀ ਦੇ ਚਿੰਨ੍ਹ, ਉਹ ਗੁਰੂ ਕੇ ਲਾਲ, ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਰੋਜ਼ ਅਸੀਂ ਕਹਿੰਦੇ ਹਾਂ, ਬੋਲੋ ਜੀ ਵਾਹਿਗੁਰੂ। ਸਾਡੀ ਸੁਰਤ ਵਿੱਚੋਂ ਆਪ ਮੁਹਾਰੇ ਵਾਹਿਗੁਰੂ ਨਿਕਲਦਾ। ਵਾਹ ਦੇ ਵਿਸਮਾਦ ਵਿੱਚ ਅਸੀਂ ਚਲੇ ਜਾਂਦੇ ਹਾਂ ਜਦੋਂ ਅਸੀਂ 4 ਸਾਹਿਬਜ਼ਾਦਿਆਂ ਦੀ ਕਮਾਈ ਨੂੰ ਆਪਣੀ ਸੁਰਤ ਵਿੱਚ ਲਿਆਉਂਦੇ। ਸੋ ਜਦੋਂ ਡਿਟੇਲ ਨਾਲ ਫਿਰ ਪਿੱਛੇ ਵੇਖਦੇ, ਆਖਰ ਉਹ ਕੀ ਨੁਕਤਾ ਨਿਗਾਹ ਹੈ ਗੁਰੂ ਕੇ ਪੁੱਤਰ ਖਵਾਉਣ ਵਾਸਤੇ, ਜਾਂ ਇਹ ਕਹੀਏ ਵੀ ਪ੍ਰਵਾਨ ਚੜ੍ਹਨ ਵਾਸਤੇ। ਕਿਉਂਕਿ ਅੱਜ ਸਾਡਾ ਮਕਸਦ ਇਹ ਹੈ ਵੀ ਅਸੀਂ ਗੁਰੂ ਕੇ ਪੁੱਤਰ ਖਵਾਉਣ ਲਈ ਕਿੱਦਾਂ ਉਸ ਸਰਟੀਫਿਕੇਟ ਨੂੰ ਕਹੀਏ, ਅਸੀਂ ਕਹੀਏ ਵੀ ਉਹ ਜਿਹੜਾ ਰੁਤਬਾ ਹੈ ਉਹਨੂੰ ਕਿਵੇਂ ਹਾਸਲ ਕਰੀਏ। ਦੇਖੋ, ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ, ਇਤਿਹਾਸ ਵਿੱਚ ਜ਼ਿਕਰ ਹੁੰਦਾ, ਡਾਕਟਰ ਜਸਵੰਤ ਸਿੰਘ ਨੇਕੀ ਜੀ ਲਿਖਦੇ ਆ, ਹੋਰ ਵੀ ਵਿਦਵਾਨ ਇਤਿਹਾਸਕਾਰਾਂ ਦੇ ਮੈਂ ਪੜ੍ਹਿਆ ਕਿ ਜਦੋਂ ਗੁਰੂ ਨਾਨਕ ਹਜ਼ੂਰ ਨੇ ਬਾਬਾ ਲਹਿਣਾ ਜੀ ਦੀ ਝੋਲੀ ਦੇ ਅੰਦਰ ਸਾਰੀ ਜ਼ਿੰਮੇਵਾਰੀ ਪਾਈ, ਆਪਣਾ ਆਪਾ ਟਿਕਾਇਆ, ਆਪਣਾ ਨਿੱਜ ਟਿਕਾਇਆ, ਥਾਪਿਓ ਲਹਿਣਾ ਜੀਵਨ ਦੇ, ਤੇ ਇਹ ਚਰਚਾ ਹੁੰਦੀ ਇਤਿਹਾਸ ਦੇ ਅੰਦਰ। ਇਹ ਸਾਨੂੰ ਪ੍ਰਮਾਣ ਮਿਲਦੇ ਆ ਕਿ ਬਹੁਤ ਇਸ ਗੱਲ ਦਾ ਜ਼ੋਰ ਸ਼ੋਰ ਨਾਲ ਰੌਲਾ ਹੋਇਆ, ਕਿਉਂਕਿ ਦੁਨੀਆ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਸੀ ਕਿ ਆਪਣੀ ਵਿਰਾਸਤ ਦੇ ਵਾਰਸ ਕਿਸੇ ਹੋਰ ਨੂੰ ਚੁਣਿਆ ਜਾਏ।
ਭਾਵੇਂ ਉਹ ਸੰਸਾਰੀ ਵਿਰਾਸਤ ਹੁੰਦੀ ਸੀ, ਭਾਵੇਂ ਉਹ ਪ੍ਰਭਤਾ ਸ਼ੋਭਾ ਹੁੰਦੀ ਸੀ, ਭਾਵੇਂ ਉਹ ਕਿਸੇ ਕਿਸਮ ਦੀ ਗੱਦੀ ਹੁੰਦੀ ਸੀ। ਤੇ ਜਦੋਂ ਇਸ ਤਰ੍ਹਾਂ ਹੋਇਆ, ਲੋਕਾਂ ਦੀ ਸੁਭਾਅ ਦਾ ਹਿੱਸਾ ਨਹੀਂ ਸੀ ਤੇ ਬਹੁਤ ਸਾਰੇ ਲੋਕਾਂ 'ਚ ਵੀ ਚਰਚਾ ਹੋਈ। ਇਹ ਵੀ ਜ਼ਿਕਰ ਆਉਂਦਾ ਵੀ ਮਾਤਾ ਸੁਲੱਖਣੀ ਜੀ ਨੇ ਵੀ ਕਿਹਾ ਕਿ ਸੁਪੁੱਤਰਾਂ ਦੀ, ਸਾਹਿਬਜ਼ਾਦਿਆਂ ਦੀ ਝੋਲੀ ਵਿੱਚ ਕੀ ਪਿਆ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਹੁਣ ਇਹ ਸਾਡੇ ਵਾਸਤੇ ਪੈਰਾਮੀਟਰ ਹੈ, ਇਹਨੂੰ ਥੋੜਾ ਜਿਹਾ ਸਮਝ ਲਈਏ ਆਪਾਂ, ਫਿਰ ਸਾਨੂੰ ਪਤਾ ਲੱਗੇਗਾ ਕਿ ਗੁਰੂ ਕੇ ਸੁਪੁੱਤਰ ਕਿਵੇਂ ਬਣਿਆ ਜਾਂਦਾ। ਇਦਾਂ ਹੀ ਸਾਰੀ ਸੰਗਤ ਬੈਠੀ ਸੀ, ਦਾਨੇ ਪਤਵੰਤੇ ਬੈਠੇ ਸਨ, ਤੇ ਸਾਰਿਆਂ ਨੇ ਕਿਹਾ ਵੀ ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਤੁਹਾਡੇ ਸਾਹਿਬਜ਼ਾਦੇ, ਤੁਹਾਡੇ ਸੁਪੁੱਤਰ ਸ੍ਰੀ ਚੰਦ ਜੀ, ਲਖਮੀ ਦਾਸ ਜੀ ਨੇ, ਤੇ ਤੁਸੀਂ ਇਸ ਰੱਬੀ ਵਿਰਾਸਤ ਦੇ ਵਾਰਸ ਬਾਬਾ ਲਹਿਣਾ ਜੀ ਨੂੰ ਬਣਾ ਦਿੱਤਾ। ਇਹਦਾ ਮਤਲਬ ਪੁੱਤਰਾਂ ਤੋਂ ਵੱਡਾ ਰੁਤਬਾ ਜਿਹੜਾ ਸੀ ਉਹ ਸਿੱਖ ਦੀ ਝੋਲੀ 'ਚ ਪਾ ਦਿੱਤਾ। ਹੁਣ ਇਸ ਗੱਲ ਨੂੰ ਮਹਿਸੂਸ ਕਰਨਾ ਜੀ, ਇੱਥੇ ਸੰਸਾਰੀ ਤੌਰ ਤੇ ਵੇਖੀ ਤੇ ਪੁੱਤਰ ਬਹੁਤ ਥੱਲੇ ਰਹਿ ਗਏ ਨੇ, ਭਾਵੇਂ ਰੱਬੀ ਰਹਿਮਤਾਂ ਦੇ ਨਾਲ ਨਿਵਾਜੇ ਹੋਏ ਨੇ, ਉਹਨਾਂ ਦਾ ਮਾਨ ਸਨਮਾਨ ਬਹੁਤ ਹੈ, ਅਸੀਂ ਕਦੀ ਵੀ ਕੋਈ ਨਰਾਦਰ ਵਾਲਾ ਸ਼ਬਦ ਨਹੀਂ ਬੋਲ ਸਕਦੇ, ਪਰ ਉਹਨਾਂ ਦੇ ਰੁਤਬੇ ਤੋਂ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਗੁਰੂ ਜੋਤ ਵਾਲਾ ਰੁਤਬਾ ਬਹੁਤ ਉਹਦੇ ਤੁੱਲ, ਕਿਉਂਕਿ ਆਪ ਨਾਰਾਇਣ ਕਲਾਧਾਰ ਵਾਲਾ ਰੁਤਬਾ। ਤੋਂ ਸਭ ਨੇ ਸਵਾਲ ਕੀਤਾ, ਦਾਨੇ ਪਤਵੰਤਿਆਂ ਨੇ ਵੀ ਕਿਹਾ ਵੀ ਮਹਾਰਾਜ ਜੀ, ਵੀ ਤੁਸੀਂ ਉਸ ਰਹਿਮਤ ਨੂੰ, ਉਸ ਵਿਰਾਸਤ ਨੂੰ ਸੇਵਕ ਦੀ ਝੋਲੀ 'ਚ ਪਾ ਦਿੱਤਾ, ਪੁੱਤਰ ਤੋਂ ਵੀ ਉੱਪਰ ਦਾ ਰੁਤਬਾ ਜਿਹੜਾ ਉਹ ਸੇਵਕ ਨੂੰ ਦੇ ਦਿੱਤਾ। ਤੋਂ ਭਰੀ ਸੰਗਤ ਵਿੱਚ ਇਤਿਹਾਸ ਦੀ ਇਹ ਗਾਥਾ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 1 ਟਕਾ, ਜਿਹੜਾ ਉਸ ਵੇਲੇ ਕਰੰਸੀ ਹੁੰਦੀ ਸੀ, ਪੈਸਾ ਹੁੰਦਾ ਸੀ, ਉਹ ਆਪਣੀ ਤਲੀ ਦੇ ਉੱਤੇ ਰੱਖ ਕੇ ਗੁਰੂ ਬਾਬਾ ਜੀ ਨੇ ਸਾਰੀ ਸੰਗਤ ਦੇ ਸਾਹਮਣੇ ਮੁੱਠੀ ਬੰਦ ਕਰਕੇ ਐ ਕਰਕੇ ਵਿੱਚ ਉਹਦੇ ਟਕਾ ਰੱਖਿਆ, ਸਾਰਿਆਂ ਦੇ ਦੇਖਦੇ ਆ, ਤੇ ਹਜ਼ੂਰ ਨੇ ਸਭ ਨੂੰ ਪੁੱਛਿਆ ਸੀ ਵਾਰੀ-ਵਾਰੀ ਕਿ ਸਾਡੀ ਮੁੱਠੀ ਦੇ ਵਿੱਚ ਕੀ ਹੈ। ਤੇ ਇਤਿਹਾਸ ਕਹਿੰਦਾ ਵੀ ਜਿੱਥੇ ਬਾਕੀ ਦਾਨੇ ਪਤਵੰਤਿਆਂ ਨੇ ਕਿਹਾ ਵੀ ਜੀ 1 ਟਕਾ ਹੈ, ਉੱਥੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਨੇ ਵੀ ਕਿਹਾ ਵੀ ਹੇ ਗੁਰੂ ਨਾਨਕ ਸਾਹਿਬ ਜੀ, ਤੁਹਾਡੀ ਮੁੱਠੀ ਦੇ ਅੰਦਰ 1 ਟਕਾ ਹੈ। ਤੇ ਗਲਤ ਨਹੀਂ ਸੀ ਕਿਹਾ, ਉਹਨਾਂ ਨੇ ਬਿਲਕੁਲ ਵਾਜਬ ਕਿਹਾ ਸੀ, ਜੋ ਉਹਨਾਂ ਨੇ ਹਕੀਕਤ ਦੇਖੀ ਸੀ ਉਹੀ ਕਿਹਾ ਸੀ। ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਗਲਤ ਕਿਹਾ ਸੀ। ਪਰ ਇਹੀ ਸਵਾਲ ਜਦੋਂ ਹਜ਼ੂਰ ਨੇ ਬਾਬਾ ਲਹਿਣਾ ਜੀ ਨੂੰ ਕੀਤਾ ਕਿ ਦੱਸੋ ਸਾਡੀ ਮੁੱਠੀ 'ਚ ਕੀ ਹੈ, ਹੁਣ ਜੇ ਬਹਿਰੂਨੀ ਤੌਰ ਤੇ ਗੱਲ ਕਰੀਏ ਤੇ ਦੇਖਿਆ ਬਾਬਾ ਲਹਿਣਾ ਜੀ ਨੇ ਵੀ ਇਹੀ ਸੀ ਕਿ ਉਹਨਾਂ ਨੇ 1 ਟਕਾ ਫੜਿਆ ਤੇ ਮੁੱਠੀ 'ਚ ਰੱਖਿਆ, ਤੇ ਹਜ਼ੂਰ ਪੁੱਛਦੇ ਨੇ ਸਾਡੀ ਮੁੱਠੀ 'ਚ ਕੀ ਹੈ। ਤੇ ਵਾਰੀ ਬਾਬਾ ਲਹਿਣਾ ਜੀ ਦੀ ਆਈ ਤੇ ਉਹਨਾਂ ਨੇ ਜੋ ਆਤਮ ਦ੍ਰਿਸ਼ਟੀ ਵੇਖਦੀ ਸੀ, ਜਿੱਥੇ ਉਹਨਾਂ ਦੀ ਸੁਰਤ ਪ੍ਰਵਾਸ ਕਰ ਰਹੀ ਸੀ, ਜਿੱਥੇ ਉਹਨਾਂ ਦੀਆਂ ਸੁਰਤ ਦੀਆਂ ਅੱਖਾਂ ਤੱਕ ਰਹੀਆਂ ਸਨ, ਏਵਡ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣਾ ਸੋਏ। ਹੁਣ ਗੁਰੂ ਕੇ ਪੁੱਤਰ ਖਵਾਉਣ ਵਾਸਤੇ ਇੰਨੀ ਉੱਚੀ ਸੁਰਤ ਚਾਹੀਦੀ ਹੈ, ਜਿੱਥੇ ਜਾ ਕੇ ਬਾਬਾ ਲਹਿਣਾ ਜੀ ਕਹਿੰਦੇ ਨੇ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਕਿਉਂਕਿ ਉਹ ਕੇਵਲ ਕਾਇਆ ਨਹੀਂ ਵੇਖ ਰਹੇ, ਜਿਹੜੇ ਸਿਰਫ ਕਾਇਆ ਵੇਖ ਰਹੇ ਸੀ, ਸਰੀਰ ਵੇਖ ਰਹੇ ਸੀ, ਉਹਨਾਂ ਨੇ ਵੇਖਿਆ ਸੀ ਕਿ ਸਰੀਰ ਨੇ ਹਰਕਤ ਕੀਤੀ ਹੈ, ਸਰੀਰ ਰੂਪੀ ਹੱਥ ਦੀ ਤਲੀ ਦੇ ਉੱਤੇ ਟਕਾ ਟਿਕਿਆ ਹੋਇਆ ਤੇ ਮੁੱਠੀ ਬੰਦ ਹੋ ਗਈ ਹੈ। ਉਹਨਾਂ ਨੇ ਸਿਰਫ ਸਰੀਰ ਤੱਕ ਨਜ਼ਰ ਰੱਖੀ ਸੀ ਵੀ ਇਸ ਸਰੀਰ ਰੂਪੀ ਮੁੱਠੀ ਦੇ ਅੰਦਰ 1 ਟਕਾ ਹੈ, ਪਰ ਜਿਹੜੇ ਸਰੀਰ ਤੋਂ ਅੱਗੇ ਰੱਬੀ ਜੋਤ ਵੇਖ ਰਹੇ ਸੀ, ਉਹਨਾਂ ਨੇ ਬੜੀ ਅਧੀਨਗੀ ਨਾਲ, ਬੜੇ ਇੱਕ ਅਕਹਿ ਜੇ ਰਸ ਵਿੱਚ, ਵਿਸਮਾਦ ਵਿੱਚ ਭਿੱਜ ਕੇ ਕਿਹਾ ਸੀ, ਇਹ ਸਤਿਗੁਰੂ ਜੀ, ਸਾਰੀ ਕਾਇਨਾਤ ਦਾ ਜ਼ਰਾ ਜ਼ਰਾ, ਖੰਡ ਬ੍ਰਹਿਮੰਡ, ਰੱਬੀ ਰਹਿਮਤਾਂ, ਕਰਮ, ਬਖਸ਼ਿਸ਼, ਹਰ ਅਨਾਇਤ ਤੁਹਾਡੀ ਮੁੱਠੀ ਦੇ ਅੰਦਰ ਹੈ। ਮੇਰੀ ਸੋਝੀ ਸਮਰੱਥਾ ਨਹੀਂ ਕਿ ਮੈਂ ਉਹਨੂੰ ਕਹਿ ਸਕਾਂ, ਮੈਂ ਉਹਨੂੰ ਜਾਣ ਸਕਾਂ ਕਿ ਤੁਹਾਡੀ ਮੁੱਠੀ ਦੇ ਅੰਦਰ ਕੀ ਹੈ। ਹੁਣ ਏਡੀ ਵੱਡੀ ਸੁਰਤ ਦੀ ਪਰਵਾਜ਼ ਹੈ, ਜਿੱਥੇ ਪੁੱਤਰ, ਨਾਦੀ ਪੁੱਤਰ ਥੱਲੇ ਰਹਿ ਜਾਂਦੇ ਨੇ ਤੇ ਗੁਰੂ ਨੂੰ ਆਪਾ ਅਰਪਣ ਕਰਨ ਵਾਲੇ ਸੇਵਕ ਜਿਹੜੇ ਆ ਉਹ ਉੱਚਾ ਰੁਤਬਾ ਪਾ ਲੈਂਦੇ। ਏਦਾਂ ਇਹ ਕਿਹਾ ਸੀ ਮਹਾਰਾਜ ਨੇ ਵੀ ਇਸ ਦਰ ਦੇ ਉੱਤੇ ਰਹਿਮਤਾਂ ਵਰਤਦੀਆਂ ਨੇ, ਪੁੱਤਰ ਖਾਲੀ ਨਹੀਂ ਰਹਿਣਗੇ, ਸਭ ਦੀ ਝੋਲੀ ਬਖਸ਼ਿਸ਼ਾਂ ਨਾਲ ਭਰੇਗੀ, ਪਰ ਗੁਰੂ ਜੋਤ ਦੇ ਵਾਰਸ ਹੋਣ ਵਾਸਤੇ ਇੰਨੀ ਉੱਚੀ ਪ੍ਰਵਾਸ ਸੀ, ਇੰਨੀ ਗਹਿਰ ਗੰਭੀਰ ਅਵਸਥਾ ਸੀ, ਸੋ ਉਹ ਪ੍ਰਵਾਨ ਚੜੇ ਸਾਸ। ਏਦਾਂ ਗੁਰੂ ਸਾਹਿਬ ਜੀ ਨੇ ਸਾਨੂੰ ਜੁਗਤ ਦੱਸੀ ਕਿ ਗੱਲ ਕੇਵਲ ਬਿੰਦ ਦੀ ਨਹੀਂ ਹੈ, ਗੱਲ ਕੇਵਲ ਹੱਡ ਮਾਸ ਦੀ ਨਹੀਂ ਹੈ ਕਿ ਅਸੀਂ ਕਿਹਦੇ ਘਰ ਜਨਮੇ। ਹਿੰਦੁਸਤਾਨ ਦੀ ਧਰਤੀ ਉੱਤੇ ਜਿਹੜਾ ਬਰਾਦਰੀਵਾਦ ਸੀ, ਜਿਹੜੀ ਜਾਤ ਪਾਤ ਸੀ, ਉਹ ਇਸੇ ਗੱਲ ਦੇ ਉੱਤੇ ਟਿਕੀ ਹੋਈ ਸੀ ਵੀ ਕਿਸ ਦੇ ਘਰ ਜਨਮ ਹੋਇਆ। ਮਾਨਤਾ ਇਸ ਗੱਲ ਨੂੰ ਦਿੱਤੀ ਜਾਂਦੀ ਸੀ ਵੀ ਤਾਂ ਪੁੱਤਰ ਹੈ ਵੀ ਜੇ ਕਿਹਦੇ ਘਰ ਜਨਮ। ਹੁਣ ਗੁਰੂ ਸਾਹਿਬ ਜੀ ਨੇ ਇਸ ਮਾਨਤਾ ਨੂੰ ਤੋੜ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸਾਰਿਆਂ ਨੂੰ ਪਿਆਰ ਕੜਾਵੇ 'ਚ ਲੈ ਕੇ ਕਿਹਾ ਵੀ ਇਹ ਮੇਰੇ ਪੁੱਤਰ ਨੇ, ਉਹਨਾਂ ਨੇ ਇਸ ਮਾਨਤਾ ਨੂੰ ਤੋੜ ਦਿੱਤਾ, ਜਿਹੜੀ ਮਾਨਤਾ ਇੱਥੇ ਜਾਤ ਪ੍ਰਥਾ ਦੇ ਨਾਲ ਜੁੜੀ ਹੋਈ ਸੀ ਵੀ
ਜੇ ਫਲਾਣੀ ਜਾਤ ਵਿੱਚ ਫਲਾਣੇ ਖਾਨਦਾਨ ਚ ਜਨਮ ਹੋਏਗਾ ਤੇ ਫੇਰ ਹੀ ਉਹਦਾ ਆਪਣਾ ਖਵਾਏਗਾ। ਮਹਾਰਾਜ ਨੇ ਸਾਰਿਆਂ ਨੂੰ ਪਿਆਰ ਕਲਾਵੇ ਚ ਲਿਆ ਕੇ ਕਿਹਾ ਸੀ ਮੇਰੇ ਆਪਣੇ, ਇਹ ਮੇਰੇ ਪੁੱਤਰ ਨੇ। ਇਹਦੇ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਜਿਹੜੀ ਦਸਵੇਂ ਪਾਤਸ਼ਾਹ ਜੀ ਨੇ ਕਹੀ। ਇਹਨੂੰ ਮਹਿਸੂਸ ਕਰਕੇ ਵੇਖੋ। ਮੈਂ ਫੇਰ ਅਰਜ਼ ਕਰ ਰਿਹਾ, ਇਹਨੂੰ ਬਰੀਕੀ ਨਾਲ ਸਮਝਿਓ। ਜਿਹੜੀ ਇੱਥੋਂ ਦੀ ਸਨਾਤਨੀ ਸੋਚ ਸੀ, ਉਹ ਜਾਤ ਨੂੰ ਇਸੇ ਲਈ ਮੰਨਦੀ ਸੀ ਵੀ ਕਿਹਦੇ ਘਰ ਜਨਮ ਹੋਇਆ, ਕਿਹਦੀ ਬਰਾਦਰੀ ਚ ਜਨਮ ਹੋਇਆ। ਜੇ ਸਾਡੀ ਬਰਾਦਰੀ ਚ ਸਾਡੀ ਜਾਤ ਵਿੱਚ ਜਨਮ ਹੋਇਆ ਫਿਰ ਸਾਡੇ ਆਪਣੇ, ਤੇ ਜੇ ਕਿਸੇ ਹੋਰ ਦੀ ਬਰਾਦਰੀ ਚ ਜਨਮ ਹੋਇਆ ਫਿਰ ਉਹ ਬਗਾਨੇ ਹਨ। ਉਹਨਾਂ ਨੂੰ ਮਨੁੱਖੀ ਕੈਟਾਗਰੀ ਤੋਂ ਵੀ ਨੀਵਾਂ ਗਿਣਿਆ ਜਾ ਸਕਦਾ, ਉਹਨਾਂ ਨੂੰ ਵੈਸ਼ ਵੀ ਕਿਹਾ ਜਾ ਸਕਦਾ, ਉਹਨਾਂ ਨੂੰ ਸ਼ੂਦਰ ਵੀ ਕਿਹਾ ਜਾ ਸਕਦਾ। ਪਰ ਗੁਰੂ ਸਾਹਿਬ ਜੀ ਨੇ ਕਿਹਾ ਵੀ ਨਹੀਂ, ਇੱਥੇ ਜਾਤ ਨਹੀਂ ਪੁੱਛੀ ਜਾਂਦੀ, ਇੱਥੇ ਜਨਮ ਨਹੀਂ ਪੁੱਛਿਆ ਜਾਂਦਾ, ਇੱਥੇ ਕਰਮ ਪੁੱਛਿਆ ਜਾਂਦਾ। ਬਾਣੀ ਦਾ ਕਥਨ ਹੈ, ਜਾਤ ਜਨਮ ਨਾ ਪੁੱਛੀ ਹੈ, ਸੱਚ ਘਰ ਲਿਓ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਪੁੱਤਰ ਸਿਰਫ ਇਸ ਵਾਸਤੇ ਨਹੀਂ ਵੀ ਸਾਡਾ ਸੋਢੀਆਂ ਦੇ ਘਰ ਜਨਮ ਹੋਵੇ, ਸਾਡਾ ਬੇਦੀਆਂ ਦੇ ਘਰ ਜਨਮ ਹੋਵੇ ਤੇ ਅਸੀਂ ਕਹੀਏ ਅਸੀਂ ਗੁਰੂ ਕੀ ਅੰਸ਼ ਵੰਸ਼ ਵਿੱਚ। ਦੁਨੀਆ ਭਰ ਵਿੱਚ ਜਿੰਨੀ ਮਨੁੱਖਤਾ ਗੁਰੂ ਨਾਨਕ ਦੀ ਸੋਚ ਨੂੰ ਬਾਬਾ ਲਹਿਣਾ ਜੀ ਵਾਂਗ ਪਰਨਾਈ ਗਈ, ਉਹ ਗੁਰੂ ਨਾਨਕ ਦੀ ਅੰਸ਼ ਵੰਸ਼ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਨੋਟ ਕਰਨਾ। ਜਾਤੀਵਾਦ ਦੇ ਕੋੜ ਨੂੰ ਪਾਸੇ ਰੱਖ ਕੇ ਨਾ, ਜੇ ਅੱਜ ਵੀ ਅਸੀਂ ਸੋਚਦੇ ਹਾਂ ਕਿ ਫਲਾਣਾ ਖਾਨਦਾਨ ਜਿਹੜਾ ਹੈ ਗੁਰੂ ਕੀ ਅੰਸ਼ ਵੰਸ਼ ਹੈ, ਸਾਰਿਆਂ ਦਾ ਸਤਿਕਾਰ ਕਰੀਏ, ਸਾਰਿਆਂ ਦਾ ਅਦਬ ਕਰੀਏ, ਕਿਸੇ ਨੂੰ ਰੁੱਖੇ ਬੋਲ ਨਹੀਂ ਬੋਲਣੇ। ਪਰ ਸਾਰੀ ਕਾਇਨਾਤ ਜਿਹੜੀ ਗੁਰੂ ਕੀ ਸਿੱਖਿਆ ਨੂੰ ਅਪਣਾਉਂਦੀ ਹੈ, ਸਾਹਿਬ ਅਮਰਦਾਸ ਜੀ ਵਾਂਗ, ਸਾਹਿਬ ਰਾਮਦਾਸ ਪਾਤਸ਼ਾਹ ਜੀ ਦੇ ਵਾਂਗ, ਉਹ ਗੁਰੂ ਕੀ ਅੰਸ਼ ਵੰਸ਼ ਹੈ। ਤੇ ਜੇ ਗੁਰੂ ਦੇ ਘਰ ਜਨਮ ਲੈ ਕੇ ਵੀ ਅਸੀਂ ਗੁਰੂ ਦੀ ਸਿੱਖਿਆ ਤੋਂ ਮੁਨਕਰ ਆ, ਫਿਰ ਉਹ ਪ੍ਰਿਥੀ ਚੰਦ ਵਾਂਗ, ਧੀਰਮਲ ਵਾਂਗ, ਰਾਮ ਰਾਏ ਵਾਂਗ, ਉਹਨਾਂ ਨੂੰ ਕਿਹਾ ਸੀ ਇਹ ਕੁਝ ਨਹੀਂ ਲੱਗਦਾ। ਗੱਲ ਬੜੀ ਸਪਸ਼ਟ ਹੈ ਕਿ ਇਹ ਰਿਸ਼ਤੇ ਸਰੀਰਾਂ ਕਰਕੇ ਨਹੀਂ ਹਨ, ਇਹ ਰਿਸ਼ਤੇ ਸੋਚ ਕਰਕੇ। ਗੁਰੂ ਕੇ ਪੁੱਤਰ ਸਰੀਰ ਕਰਕੇ ਨਹੀਂ ਬਣਨਾ ਵੀ ਸਾਡਾ ਕਿਹੜੇ ਖਾਨਦਾਨ ਚ ਜਨਮ ਹੋਇਆ, ਕਿਹੜੀ ਬਰਾਦਰੀ ਚ ਜਨਮ ਹੋਇਆ, ਕਿਹੜੀ ਜਾਤ ਵਿੱਚ ਜਨਮ ਹੋਇਆ। ਗੁਰੂ ਕੇ ਪੁੱਤਰ ਸੋਚ ਕਰਕੇ ਬਣਨਾ। ਜਿਨ੍ਹਾਂ ਦੀ ਸੋਚ ਗੁਰੂ ਵਾਲੀ ਸੀ ਉਹ ਗੁਰੂ ਕੇ ਪੁੱਤਰ ਖਵਾਏ, ਜਿਨ੍ਹਾਂ ਦੀ ਸੋਚ ਗੁਰੂ ਨਾਲ ਮੇਲ ਨਹੀਂ ਸੀ ਖਾਂਦੀ ਉਹ ਗੁਰੂ ਦੇ ਘਰ ਜਨਮ ਲੈ ਕੇ ਵੀ ਗੁਰੂ ਕੇ ਇਹ ਕਹਿ ਦਈਏ ਕਿ ਨਕਾਰੇ ਹੋਏ। ਮੀਨਿਆਂ ਨੂੰ ਮੂੰਹ ਨਹੀਂ ਲਾਉਣਾ, ਧੀਰ ਮੱਲੀਆਂ ਨੂੰ ਮੂੰਹ ਨਹੀਂ ਲਾਉਣਾ, ਇਹ ਬਚਨ ਕਿਹਾ ਗਿਆ ਸਾਧ ਸੰਗਤ। ਹੁਣ ਜੇ ਕੱਲ ਕੇਵਲ ਗੱਲ ਜਾਤ ਦੀ, ਬਰਾਦਰੀ, ਵੰਸ਼ ਦੀ, ਕੁੱਲ ਦੀ ਹੁੰਦੀ, ਏਦਾਂ ਹੀ ਪੁੱਤਰ ਬਣਿਆ ਜਾਂਦਾ ਤੇ ਫਿਰ ਤੇ ਸਿਰਫ ਸ਼ਾਇਦ ਉਹੀ ਬਣਦੇ, ਅਸੀਂ ਨਾ ਬਣ ਪਾਉਂਦੇ। ਸੋ ਗੱਲ ਹੈ ਸੋਚ ਦੀ। ਸਿੱਖੀ, ਸਿੱਖਿਆ, ਗੁਰ ਵਿਚਾਰ, ਇੱਥੇ ਰਿਸ਼ਤਾ ਗੁਰ ਵਿਚਾਰ ਨਾਲ ਜੁੜਨਾ ਹੈ। ਬੋਡੀ ਕਿੱਥੇ ਪੈਦਾ ਹੋਈ ਹੈ, ਕਿਹੜੇ ਖਾਨਦਾਨ ਚ ਹੈ, ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਵਿਚਾਰ ਦੀ ਸੁਮੇਲਤਾ ਸਾਨੂੰ ਗੁਰੂ ਦੇ ਨਾਲ ਜੋੜਦੀ ਹੈ। ਵਿਚਾਰ ਦਾ ਵਖਰੇਵਾਂ ਸਾਨੂੰ ਗੁਰੂ ਤੋਂ ਦੂਰ ਲੈ ਜਾਂਦਾ ਹੈ, ਭਾਵੇਂ ਗੁਰੂ ਦੇ ਆਪਣੇ ਘਰ ਚ ਜਨਮ ਹੋਇਆ। ਮੈਂ ਫੇਰ ਅਰਜ਼ ਕਰ ਰਿਹਾ, ਇਹ ਜਨਮ ਜਾਤ ਵਾਲੇ ਕੋੜ ਨੂੰ ਕੱਢ ਦਿਓ, ਪਾਸੇ ਕਰ ਦਿਓ, ਸੋਚ ਚੋਂ ਬਾਹਰ ਨਿਕਲ ਜਾਓ। ਗੁਰੂ ਨਾਲ ਜੁੜਨ ਲਈ, ਗੁਰੂ ਕੇ ਪੁੱਤਰ ਬਣਨ ਵਾਸਤੇ ਸਾਨੂੰ ਜਾਤ ਤੇ ਜਨਮ ਦੀ ਜ਼ਰੂਰਤ ਨਹੀਂ, ਸਾਨੂੰ ਸੋਚ ਅਪਣਾਉਣ ਦੀ ਜ਼ਰੂਰਤ ਹੈ। ਫਿਰ ਮੈਂ ਪੰਕਤੀ ਬੋਲ ਰਿਹਾ, ਜਾਤ ਜਨਮ ਨਾ ਪੁੱਛੀ ਹੈ, ਸੱਚ ਘਰ ਲਿਓ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਸੋ ਸਿੱਖ ਹੋਣ ਲਈ, ਗੁਰੂ ਕੀ ਅਖਵਾਉਣ ਵਾਸਤੇ ਸਿੱਖੀ, ਸਿੱਖਿਆ, ਗੁਰ ਵਿਚਾਰ। ਹੁਣ ਵਿਚਾਰ ਨਹੀਂ ਮੇਲ ਖਾ ਰਹੀ ਪ੍ਰਿਥੀ ਚੰਦ ਦੀ, ਵਿਚਾਰ ਨਹੀਂ ਮੇਲ ਖਾ ਰਹੀ ਧੀਰਮਲ ਦੀ, ਵਿਚਾਰ ਨਹੀਂ ਮੇਲ ਖਾ ਰਹੀ ਰਾਮ ਰਾਏ ਦੀ। ਠੀਕ ਹੈ, ਕਹਿ ਸਕਦੇ ਹਾਂ ਵੀ ਗੁਰੂ ਕੇ ਬਿੰਦੀ ਪੁੱਤਰ ਨੇ, ਅਸੀਂ ਆਦਰ ਮਾਣ ਇੱਜ਼ਤ ਨਾਲ ਨਾਂ ਲਵਾਂਗੇ। ਪਰ ਜਿਹੜਾ ਮਾਣ ਬਾਬਾ ਲਹਿਣਾ ਜੀ ਪਾਉਂਦੇ ਆ, ਜਿਹੜਾ ਮਾਣ ਸਾਹਿਬ ਅਮਰਦਾਸ ਪਾਤਸ਼ਾਹ ਜੀ ਪਾਉਂਦੇ ਆ, ਜਿਹੜਾ ਮਾਣ ਚੌਹਾਂ ਸਾਹਿਬਜ਼ਾਦਿਆਂ ਨੂੰ ਮਿਲਦਾ, ਉਹ ਮਾਣ ਦੂਸਰਾ ਹੋਰ ਕੋਈ ਨਹੀਂ ਪਾ ਸਕਦਾ। ਸੋ ਇਹ ਪਹਿਲੀ ਕੈਟਾਗਰੀ, ਪਹਿਲਾ ਹੀ ਸ਼ਰਤ ਇਹ ਹੈ ਵੀ ਅਸੀਂ ਬਣਨਾ ਗੁਰੂ ਕੇ, ਅਸੀਂ ਅਖਵਾਉਣਾ ਗੁਰੂ ਕੇ। ਸਾਨੂੰ ਗੁਰੂ ਨੇ ਪਿਆਰ ਕਲਾਵੇ ਚ ਲੈ ਕੇ ਕਿਹਾ ਇਹ ਮੇਰੇ ਹਨ, ਇਹਨਾਂ ਨੂੰ ਮੈਂ ਆਪਣੇ ਪੁੱਤਰ ਕਹਿੰਦਾ, ਇਨ ਪੁੱਤਰਨ ਕੇ ਸੀਸ ਤੇ ਵਾਰ ਨਹੀਂ ਸੋਚਾ। ਤੋ ਸਾਨੂੰ ਇਸ ਗੱਲ ਦਾ ਬੜਾ ਡੂੰਘਾ ਅਹਿਸਾਸ ਹੋਣਾ ਚਾਹੀਦਾ ਵੀ ਜੇ ਅਸੀਂ ਗੁਰੂ ਕੀ ਸਿੱਖਿਆ ਵਿੱਚ ਹਾਂ, ਫਿਰ ਅਸੀਂ ਗੁਰੂ ਕੇ ਪੁੱਤਰ ਹਾਂ, ਸਖਾ ਹਾਂ, ਬੰਧਪ ਹਾਂ, ਭਰਾਤਾ ਹਾਂ। ਤੇ ਜੇ ਅਸੀਂ ਗੁਰੂ ਕੀ ਸਿੱਖਿਆ ਤੋਂ ਬਾਹਰੇ ਹਾਂ, ਫਿਰ ਅਸੀਂ ਗੁਰੂ ਦੇ ਕੁਛ ਨਹੀਂ ਲੱਗਦੇ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਫਿਰ ਟੋਟਲ ਵਿਰਾਸਤ ਦੇ ਮਾਲਕ ਸਤਿਗੁਰੂ ਜੀ ਨੇ ਸਾਨੂੰ ਆਪਣੇ ਪੁੱਤਰਾਂ ਨੂੰ ਬਣਾ ਦਿੱਤਾ। ਤੇ ਜਦੋਂ ਅਸੀਂ ਕਾਂਟਾ ਬਦਲ ਲਿਆ, ਜਾਬੇ ਕਹਿ ਪਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਫਿਰ ਗੁਰੂ ਸਾਹਿਬ ਕਹਿੰਦੇ ਵੀ ਮੇਰਾ ਤੇ ਤੇਰਾ ਕੋਈ ਰਿਸ਼ਤਾ ਨਹੀਂ, ਇਹ ਰਿਸ਼ਤਾ ਵਿਚਾਰ ਦਾ ਰਿਸ਼ਤਾ।
ਹੁਣ ਗੁਰੂ ਕੀ ਵਿਚਾਰ ਕਹਿੰਦੀ ਹੈ ਵੀ ਕੋਈ ਜਾਤ ਪਾਤ ਨਹੀਂ, ਗੁਰੂ ਕੀ ਵਿਚਾਰ ਕਹਿੰਦੀ ਹੈ ਕੋਈ ਊਚ ਨੀਚ ਨਹੀਂ, ਸੁੱਚ ਪਿੱਟ ਨਹੀਂ, ਨਫ਼ਰਤ ਨਹੀਂ, ਈਰਖਾ ਨਹੀਂ। ਗੁਰੂ ਕੀ ਵਿਚਾਰ ਕਹਿੰਦੀ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਕੀ ਵਿਚਾਰ ਕਹਿੰਦੀ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ। ਗੁਰੂ ਕੀ ਵਿਚਾਰ ਕਹਿੰਦੀ ਹੈ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ। ਗੁਰੂ ਕੀ ਵਿਚਾਰ ਕਹਿੰਦੀ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਤ। ਗੁਰੂ ਕੀ ਵਿਚਾਰ ਅਪਣਾਉਣ ਦਾ ਮਤਲਬ ਹੈ ਇੱਕ ਨਿਰਮਲ ਬਿਰਤੀ ਵਾਲੇ, ਇੱਕ ਪ੍ਰੇਮ ਦਾ ਸਮੁੰਦਰ ਸਾਡੇ ਅੰਦਰ ਉਮੜ ਪਏ, ਨਿਰਮਲ ਬਿਰਤੀ ਵਾਲੇ ਮਨੁੱਖ ਬਣੀਏ। ਫਿਰ ਅਸੀਂ ਗੁਰੂ ਨੂੰ ਭਾ ਜਾਵਾਂਗੇ। ਫਿਰ ਗੁਰੂ ਕਹੇਗਾ ਮਾਨ ਨਾਲ ਵੀ ਇਹ ਮੇਰੇ ਨੇ ਤੇ ਮੈਂ ਇਹਨਾਂ ਦਾ। ਹਉ ਖਾਲਸੇ ਕਾ ਖਾਲਸਾ ਮੇਰੋ। ਵੇਖੋ ਕਿਦਾਂ ਦਾ ਰਿਸ਼ਤਾ ਕਾਇਮ ਕੀਤਾ ਜੀ। ਜਦੋਂ ਸਾਰੀਆਂ ਸ਼ਰਤਾਂ ਸਿੱਖ ਪੂਰੀਆਂ ਕਰਦਾ ਨਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ, ਤੇ ਫਿਰ ਗੁਰੂ ਕਹਿੰਦਾ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ। ਤੇ ਫਿਰ ਓੜ ਕੇ ਕਹਿੰਦੇ ਹਉ ਖਾਲਸੇ ਕਾ ਖਾਲਸਾ ਮੇਰੋ। ਕੌਣ ਰਿਸ਼ਤੇ ਦੇ ਵਿੱਚ ਪਾਏਗਾ? ਦੇਖੋ ਕਿੰਨਾ ਨਿੱਘ ਭਰਿਆ ਰਿਸ਼ਤਾ ਹੈ, ਕਿੱਡੀ ਕਮਾਲ ਦੀ ਗਲਵੱਕੜੀ ਹੈ। ਔਰ ਇਦਾਂ ਦੀ ਗਲਵੱਕੜੀ ਹੈ ਕਿ ਇੱਕ ਤੇ ਹੁੰਦੀ ਹੈ ਵੀ ਫੇਰ ਵਿੱਥ ਪੈ ਜਾਣੀ ਜਦੋਂ ਛੱਡੀ। ਇਦਾਂ ਦੀ ਗਲਵੱਕੜੀ ਹੈ ਕਿ ਇੱਕ ਮਿੱਕ ਹੋ ਗਏ। ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇਰੋ। ਜਿਵੇਂ ਸਮੁੰਦਰ 'ਚ ਬੂੰਦ ਪੈ ਕੇ ਸਮੁੰਦਰ ਬਣ ਜਾਂਦੀ ਹੈ, ਗੁਰੂ ਸਾਹਿਬ ਕਹਿੰਦੇ ਏਦਾਂ ਸਿੱਖ ਵਿੱਚ ਮੈਂ ਤੇ ਮੇਰੇ ਵਿੱਚ ਸਿੱਖ ਸਮਾਇਆ। ਏਦਾਂ ਦਾ ਰਿਸ਼ਤਾ। ਇਹਨੂੰ ਦੁਨਿਆਵੀ ਜਿੱਦਾਂ ਨਾਂ ਦਿੰਦੇ ਆ ਅਸੀਂ ਰਿਸ਼ਤਿਆਂ ਦੇ, ਇਦਾਂ ਦੇ ਨਾ ਸਮਝੋ। ਦੁਨਿਆਵੀ ਰਿਸ਼ਤਿਆਂ 'ਚ ਬੜੀ ਫਿੱਕ ਪੈ ਜਾਂਦੀ ਹੈ, ਬੜੇ ਨਿਹੋਰੇ ਹੁੰਦੇ ਆ, ਬੜੇ ਉਲਾਮੇ ਹੁੰਦੇ ਆ, ਬੜੇ ਸਵਾਰਥ ਹੁੰਦੇ ਆ, ਬੜੀਆਂ ਗਰਜਾਂ ਹੁੰਦੀਆਂ, ਬੜੇ ਮਿਹਣੇ ਤਮੇਣੇ ਵੀ ਹੁੰਦੇ ਆ। ਪਰ ਇਹ ਜਿਹੜਾ ਗੁਰੂ ਦੇ ਪੁੱਤਰ ਹੋਣ ਵਾਲਾ ਰਿਸ਼ਤਾ ਹੈ ਨਾ, ਇਹ ਠੀਕ ਹੈ ਅੱਖਰ ਜ਼ਰੂਰ ਸੰਸਾਰੀ ਵਰਤਣਾ ਪੈ ਰਿਹਾ ਸਾਨੂੰ, ਪਰ ਇਹ ਸੰਸਾਰੀ ਰਿਸ਼ਤਿਆਂ ਦੀ ਸਤ੍ਹਾ ਤੋਂ ਬਹੁਤ ਉੱਚਾ ਹੈ, ਬਹੁਤ ਉੱਚਾ ਹੈ। ਹੁਣ ਅਗਲੀ ਗੱਲ, ਗੁਰੂ ਨੇ ਆਪਣਾ ਤਾਜ ਸਾਡੇ ਸਿਰ ਤੇ ਰੱਖ ਦਿੱਤਾ, ਗੁਰੂ ਨੇ ਆਪਣਾ ਸਰੂਪ ਸਾਨੂੰ ਦੇ ਦਿੱਤਾ, ਗੁਰੂ ਨੇ ਆਪਣਾ ਤੇਜ ਸਾਨੂੰ ਦੇ ਦਿੱਤਾ। ਤਬ ਲਗ ਤੇਜ ਦਿਓ ਮੈਂ ਸਾਨੂੰ। ਗੁਰੂ ਨੇ ਆਪਣਾ ਅਧਿਕਾਰ, ਦੁਨਿਆਵੀ ਪਿਓ ਆਪਣੇ ਜਿਉਂਦੇ ਜੀ ਆਪਣੇ ਹੱਕ ਨਹੀਂ ਦਿੰਦਾ ਪੂਰੇ ਬੱਚੇ ਨੂੰ, ਕੁਝ ਨਾ ਕੁਝ ਉਹਨੂੰ ਸ਼ੰਕਾ ਹੈ, ਉਹ ਆਪਣੇ ਕੋਲ ਰੱਖਦਾ। ਗੁਰੂ ਨੇ ਸ਼ੱਕ ਨਹੀਂ ਕੀਤਾ ਜੀ, ਕਮਾਲ ਕਰ ਦਿੱਤੀ, ਐਸਾ ਰਿਸ਼ਤਾ ਕਾਇਮ ਕੀਤਾ। ਮੈਂ ਫੇਰ ਅਰਜ਼ ਕਰਦਾ, ਕਿਤੇ ਨਾ ਕਿਤੇ ਮਨ 'ਚ ਹੁੰਦਾ ਵੀ ਕਮਾਂਡ ਆਪਣੇ ਹੱਥ 'ਚ ਰੱਖਦਾ ਪਿਤਾ, ਕੋਈ ਘੁੰਡੀ ਆਪਣੇ ਹੱਥ 'ਚ ਦੁਨਿਆਵੀ ਤੌਰ ਤੇ। ਪਰ ਗੁਰੂ ਸਾਹਿਬ ਜੀ ਨੇ ਜਿੱਦਣ ਖਾਲਸੇ ਨੂੰ ਆਪਣਾ ਪੁੱਤਰ ਕਿਹਾ, ਓਤ ਪੋਤ ਸਾਗਰ ਬੰਦੇਰੋ ਵਾਂਗ ਜੋੜਿਆ, ਉਦਣ ਤੋਂ ਬਾਅਦ ਗੁਰੂ ਸਾਹਿਬ ਨੇ ਗੁਰੂ ਵਾਲਾ ਅਧਿਕਾਰ, ਪੰਥ ਜੀ ਸੁਣਿਓ, ਉਦਣ ਤੋਂ ਗੁਰੂ ਵਾਲਾ ਅਧਿਕਾਰ ਉਹ ਖਾਲਸੇ ਦੀ ਝੋਲੀ 'ਚ ਪਾ ਦਿੱਤਾ। ਹੁਣ ਗੁਰੂ ਵਾਲਾ ਅਧਿਕਾਰ ਕੀ ਹੈ ਕਿ ਦੀਕਸ਼ਿਤ ਕਰਕੇ ਸਿੱਖ ਬਣਾਉਣਾ, ਸ਼ਿਸ਼ ਬਣਾਉਣਾ। ਕੇਵਲ ਗੁਰੂ ਬਣਾਉਂਦਾ, ਕਿਸੇ ਨੂੰ ਅੱਗੇ ਚੇਲਾ ਬਣਾਉਣਾ ਹੋਵੇ। ਤੇ 1699 ਦੀ ਵਿਸਾਖੀ ਤੋਂ ਬਾਅਦ ਜਿੱਦਣ ਖਾਲਸਾ ਸਾਜ ਕੇ ਕਿਹਾ ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇਰੋ, ਉਸ ਦਿਨ ਤੋਂ ਬਾਅਦ ਨਿੱਜੀ ਤੌਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਨੂੰ ਸਿੱਖ ਨਹੀਂ ਬਣਾਇਆ। ਪੰਥ ਦੇ ਅੰਦਰ ਆਪਣੀ ਜਿਹੜੀ ਅਧਿਕਾਰ ਸੀ ਨਾ, ਪੰਥ ਦੇ ਅੰਦਰ ਵਰਤਾ ਕੇ ਕਿਹਾ ਪੰਥ ਵਿੱਚੋਂ 5 ਉੱਠਣਗੇ ਤੇ ਇਸ ਅਧਿਕਾਰ ਦੀ ਵਰਤੋਂ। ਇਹ ਤੇ ਨਾਵਾਂ ਵਾਲੇ ਰਿਸ਼ਤੇ ਤੇ ਬਹੁਤ ਥੱਲੇ ਰਹਿ ਜਾਂਦੇ ਆ, ਬਹੁਤ ਥੱਲੇ। ਪਰ ਖਾਲਸਾ ਪੰਥ ਜੀ ਇੱਕ ਬੇਨਤੀ ਕਰਨੀ ਚਾਹੁੰਦਾ, ਜਿਸ ਸੁਹਿਰਦਤਾ ਦੇ ਨਾਲ, ਜਿਸ ਪੀੜਾ ਦੇ ਨਾਲ ਇਹ ਵੀਰਾਂ ਨੇ, ਵੀਰ ਸੁਖਚੈਨ ਸਿੰਘ ਜੀ ਤੇ ਉਹਨਾਂ ਦੇ ਸਾਰੇ ਸਹਿਯੋਗੀਆਂ ਨੇ, ਦੇਹਰਾਦੂਨ ਦੇ ਗੁਰਸਿੱਖ ਸਾਰੇ ਵੀਰ, ਡੀਪੀ ਵੀਰ ਜੀ ਹੋਰੀ, ਬੜੇ ਉਦਮਸ਼ੀਲ ਸਾਰੇ ਵੀਰ। ਔਰ ਮੈਂ ਬਹੁਤ ਛੋਟਾ ਜਿਹਾ ਸੀ ਜਦੋਂ ਦਾ ਇਹਨਾਂ ਨਾਲ ਪਿਆਰ ਬਣਿਆ, ਕੈਂਪ ਲਾ ਕੇ ਘਰ ਘਰ ਦੇ ਨਾਲ ਇੱਕ ਸਾਂਝ ਉੱਥੇ ਕਾਇਮ ਹੋਈ। ਔਰ ਜਿਸ ਸੁਹਿਰਦਤਾ ਦੇ ਨਾਲ, ਜਿਹੜੀ ਜਿਸ ਭਾਵਨਾ ਵਿੱਚੋਂ ਇਹ ਅੱਜ ਦੀ ਟਾਕ, ਜਿਹੜੀ ਅੱਜ ਦਾ ਵਿਸ਼ਾ ਜਿਹੜਾ ਇਹ ਵੀਰਾਂ ਨੇ ਚੁਣਿਆ, ਉਸ ਭਾਵਨਾ ਨੂੰ ਮੈਂ ਇੱਕ ਬੇਨਤੀ ਰੂਪ 'ਚ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ। ਗੁਰਸਿੱਖ ਵੀਰੋ, ਜਿਹੜਾ ਸਾਨੂੰ ਮਾਣ ਦਿੱਤਾ ਹੈ ਨਾ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ, ਉਹ ਸ਼ਾਇਦ ਦੁਨਿਆਵੀ ਤੌਰ ਦੇ ਉੱਤੇ ਰਿਸ਼ਤਿਆਂ ਦੇ ਨਾਂ ਲਈਏ ਤੇ ਉਹਦੇ ਤੁੱਲ ਉਹ ਰਿਸ਼ਤੇ ਪਹੁੰਚ ਹੀ ਨਾ ਸਕਦੇ, ਉਹਦੇ ਤੁੱਲ ਪਹੁੰਚ ਹੀ ਨਾ ਸਕਦੇ ਜਿਹੜਾ ਮਾਣ ਗੁਰੂ ਨੇ ਦਿੱਤਾ। ਪਰ ਉਹਦੇ ਤੋਂ ਅੱਗੇ ਸਾਡੇ ਨਾਲ ਫਰਜ਼ ਜਿਹੜੇ ਜੁੜਦੇ ਆ, ਉਹਨੂੰ ਤੁਸੀਂ ਮਹਿਸੂਸ ਕਰਨਾ। ਮੈਂ ਇੱਕ ਛੋਟੀ ਜੀ
गल कह के ते फिर फतेह बुला दांगा, क्योंकि मैं उस धरती ते बैठा जिथे धन कलगीधर पातशाह जी दे लाला ने अपने सीस कुर्बान करके ना अपने सिरां दे उत्ते सिੱਖੀ ਦਾ महल उसारिया, ਤੇ ਜਿਨ੍ਹਾਂ ਦੀ ਭਾਵਨਾ ਨੂੰ ਉਸ ਮੁਸਲਮਾਨ ਦਰਵੇਸ਼ ਨੇ ਮਹਿਸੂਸ ਕੀਤਾ। ਅਸੀਂ ਉਹਨੂੰ ਨਮਸਕਾਰ ਕਰਦੇ ਹਾਂ। ਅੱਲਾ ਯਾਰ ਖਾਨ ਜੋਗੀ ਨੇ ਕਿਹਾ ਸੀ ਕਿ ਸਾਹਿਬਜ਼ਾਦਿਆਂ ਦਾ ਇਹ ਸੁਨੇਹਾ ਹੈ ਸਿੱਖੋ ਤੁਹਾਡੇ ਵਾਸਤੇ कि हम जान दे के औरों की जाने बचा चले, सिक्खी की नींव सरों पे उठा चले, सिंगों की सल्तनत का पौधा लगा चले, गद्दी तो तख्त बस अब कौम पाएगी, इस जहां से जालमों का निशान तक मिटाए। साडी जिहड़ी जिम्मेवारी दे एहसास देहरादून दे वीरां नूं मैं नमस्कार करदा, और मैं जरूरी वो वीर इंदरजीत सिंह जी दीयां सेवावां नूं भी अज दी टाक च जरूर नमस्कार करदा। खालसा एड दे माध्यम दे नाल आखिरी साहां तक जिस वीर ने आ कोरोना वायरस की जंग दे विच सेवा की, आखिरी साहां तक लोड़वंदां तक जरूरत दीयां वस्तां पहुंचाउणियां, गुरु दे पुत्तर इदां बणिया जांदा है। कलगीधर पातशाह दे लाडले प्यारे जे उस वीर नूं मैं उहदी कुर्बानी नूं उहदे इस जज्बे नूं, वखरी गल है कि जिस तरीके दे नाल इस सेवा नूं संसार सामने लियाउणा चाहीदा सी, इस मीडिया ने नहीं लियाउणा। ते साडा धर्म बनदा है कि असीं वो कुर्बानी नूं नमस्कार करिए और दुनिया नूं जाणू करवाइए कि सेवा ठीक है, बड़े लोग ड्यूटियां कर रहे हैं, उन्हां नूं तनखाहां भी मिलदियां, उन्हां दी कमिटमेंट ही इस वास्ते है भी तनखाहां लैणियां ने ते काम करना है। पर जदों इदां दे वीर सेवा करते, वीर इंदरजीत सिंह जी वर्गे गुरु के पुत्तर, उन्हां विचों झलक पैंदी धन बाबा जोरावर सिंह, बाबा फतेह सिंह। तो इस धरती नाल इह गाथा जुड़ी हुई है कि जदों मामा ने पुछया सी, माता साहिब कौर जी ने, माता सुंदर कौर जी ने, कि कलगीधर पातशाह जी आनंदपुर साहिब ते चारे लाल गोदी च हुंदे सी, ते अज वो चारे ही तुहाडी गोदी विच नजर नहीं आ रहे। एक प्रेम भरी ये भावना सी, एक बड़ा मिठा जिहा एहसास है इस सवाल दे अंदर। ते साहिब ने कहा सी कि जदों भी मेरे सिख कदी चमकौर साहिब की धरती ते, कदी फतेहगढ़ साहिब, कदी मेरे हजूर आया करनगे अपने बच्चों नूं उंगली ला के, ते मैं उन्हां दे चेहरिਆਂ ਦੇ ਵਿੱਚੋਂ ਸਾਹਿਬਜ਼ਾਦਾ जोरावर सिंह ते फतेह सिंह नूं वेखिया करांगा। उन्हां दे मुखड़े विचों मैनूं अजीत सिंह ते जुझार सिंह दी झलक पिया करेगी। सो मेरे वीरो गुरसिखो, इस मुखड़े च, इस स्वरूप विचों बाबा अजीत सिंह, बाबा जुझार सिंह दी झलक पवे, इस जीवन विचों बाबा जोरावर सिंह, बाबा फतेह सिंह की झलक पवे, क्योंकि उन्हें चार कुर्बान करके कहा सी तुसीं मेरे पुत्र जीते। मैं नैगेटिव नहीं जाना चाहता, पर साडे वीर बड़े जोश नाल आउंदे इस धरती ते, सैकड़ियां की गिनती च मोटरसाइकिलों के वड्डे वड्डे निशान साहब ला के अगे नूं हेमकुंट साहब नूं भी जांदे आ, आनंदपुर साहब नूं भी जांदे आ, राज करेगा खालसा दे जकारे भी गजाउंदे आ, पर वो खालसाई स्वरूप नजर नहीं आता जिहदे वल वेख के गुरु गोबिंद सिंह जी ने कहना सी आ अजीत सिंह वर्गा है, आ जुझार सिंह वर्गा है, आ फतेह सिंह वर्गा है। एक छोटी जी गाथा मैं कह रहा सी, अर्ज करके मैं फतेह बुलाउंदा। घटना श्री अमृतसर साहब दी है, अजायब घर, खालसे दा अजायब घर, विरासती अजायब घर, पंथ दी जथेबंदी श्रोमणी गुरुद्वारा प्रबंधक कमेटी ने सांभे। उत्थे गाइड वीर दर्शन करवा रहा है, विदेशी जिहड़े विजिटर आए सी उन्हां नूं, ते एक विदेशी जोड़ा अंग्रेज, उन्हां नूं गाइड वीर जदों विजिट करवा रहा ते कल्ले कल्ले चित्र का इतिहास दसदा, ते सारियां दा इतिहास दसदियां दसदियां वो वीर गाइड लिखदा अपनी लिखत दे अंदर, सिख मिशनरी कॉलेज ने छापी सी उसका सरलेख सी सिर उच्चा ते सिर नीवा। वो भाई साहब भाई तारू सिंह जी की तस्वीर के सामने गाइड जाता है, ते अंग्रेज जोड़ा वेख के हैरान हो जाता, चंपत हो जाता भी वंडरफुल, बिना खोपरी तो इंसान बैठा है, वट इज दिस। वो वीर जदों गंभीरता नाल दसदा भी ये गुरु के लाल ने केसां की बेअदबी नहीं होने दी, अपना खोपर लुहाउणा मंजूर कर लिया। तो गाइड वीर कहंदा भी धर्म दे विच दृढ़ रह के, परपक्ष रह के गुरु के दिते स्वरूप नूं संभालण वाले भाई साहब भाई तारू सिंह जी के चित्र के सामने ना उस अंग्रेज जोड़े ने सल्यूट किया। भाई तारू सिंह जी की तस्वीर सामने जिन्होंने खोपर लुहाया। कहंदे ये चित्र दिखाने तो बाद मैं अगला चित्र दिखाने लई अगे वधिया। अगले चित्र का इतिहास दस रहा सी, जिन्हों जिहदा चित्रण किया होया सी उस फोटो दे उत्ते।
ਇਤਿਹਾਸ ਨੂੰ ਚਿੱਤਰਿਆ ਹੋਇਆ ਸੀ। ਤੇ ਉਹ ਪਿਛਲੇ ਚਿੱਤਰ ਨੂੰ ਵੇਖਣ ਵਾਸਤੇ, ਭਾਈ ਤਾਰੂ ਸਿੰਘ ਜੀ ਦੇ ਚਿੱਤਰ ਨੂੰ ਵੇਖਣ ਵਾਸਤੇ ਇੱਕ ਦਸਤਾਰਧਾਰੀ ਨੌਜਵਾਨ ਤੇ ਇੱਕ ਮੁਟਿਆਰ, ਸੱਜ ਵਿਆਹਿਆ ਜੋੜਾ ਜਾਪਦਾ ਸੀ, ਉਹ ਆ ਕੇ ਖੜਾ ਹੋਇਆ। ਨੌਜਵਾਨ ਨੇ ਸੋਹਣੀ ਦਸਤਾਰ ਸਜਾਈ ਸੀ, ਪਰ ਦਾੜਾ ਕੱਟਿਆ ਹੋਇਆ ਸੀ। ਬੀਬੀ ਨੇ ਸੋਹਣਾ ਸੁੰਦਰ ਸਰੂਪ ਧਾਰਿਆ ਹੋਇਆ ਸੀ, ਕੱਪੜੇ ਸੋਹਣੇ ਸੀ, ਸੱਜ ਵਿਆਹੀ ਮੁਟਿਆਰਾਂ ਵਾਲੇ, ਪਰ ਕੇਸ ਭਰਵੱਟੇ ਕੱਟੇ ਹੋਏ ਸਨ। ਤੇ ਅੰਗਰੇਜ਼ ਜੋੜਾ ਅੱਖਾਂ ਹੀ ਅੱਖਾਂ 'ਚ ਕਦੀ ਭਾਈ ਤਾਰੂ ਸਿੰਘ ਜੀ ਦੀ ਚਿੱਤਰ ਵੱਲ ਵੇਖ ਰਿਹਾ ਸੀ, ਉਸ ਇਤਿਹਾਸ ਨੂੰ ਜਿਹੜਾ ਬਿਆਨ ਕਰ ਰਿਹਾ ਸੀ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲਿਆਂ ਨੂੰ, ਤੇ ਕਦੀ ਉਸ ਦਸਤਾਰਧਾਰੀ ਨੌਜਵਾਨ ਤੇ ਉਹ ਮੁਟਿਆਰ ਵੱਲ ਵੇਖ ਰਿਹਾ ਸੀ, ਤੇ ਜਿਵੇਂ ਉਹ ਪੁੱਛ ਰਿਹਾ ਹੋਵੇ ਵੀ ਹੇ ਗਾਈਡ ਵੀਰ, ਇਹ ਕਿਹੜੇ ਸਿੱਖ ਨੇ ਤੇ ਇਹ ਕਿਹੜੇ ਸਿੱਖ ਨੇ। ਤੇ ਭਾਈ ਸਾਹਿਬ ਕਹਿੰਦੇ ਜਿਹੜਾ ਸਿਰ ਮੇਰਾ ਉਹ ਸਲੂਟ ਕਰਕੇ ਉੱਚਾ ਹੋਇਆ ਸੀ ਨਾ, ਦੂਜੇ ਹੀ ਪਾਲੋ ਸ਼ਰਮ ਨਾਲ ਨੀਵਾਂ ਹੋ ਗਿਆ। ਗੁਰੂ ਕੇ ਪੁੱਤਰ ਕਿਸ ਤਰ੍ਹਾਂ ਹੁੰਦੇ ਆ, ਜਿਨ੍ਹਾਂ ਦੇ ਸਰੂਪ ਵਿੱਚੋਂ ਗੁਰੂ ਦਾ ਨੂਰ ਝਲਕਦਾ ਹੋਵੇ, ਰੂਹਾਨੀਅਤ ਝਲਕਦੀ ਹੋਵੇ, ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਉਹ ਗੁਰੂ ਦਾ ਰੰਗ ਝਲਕਦਾ ਹੋਵੇ, ਗੁਰੂ ਦਾ ਕਿਰਦਾਰ ਝਲਕਦਾ ਹੋਵੇ, ਸਿੱਖੀ ਵਿਵਹਾਰ, ਸਿੱਖੀ ਆਹਾਰ, ਇੱਕ ਇੱਕ ਗੱਲ, ਇੱਕ ਇੱਕ ਝਲਕ ਸਾਡੇ ਕਰੈਕਟਰ ਦੇ ਵਿੱਚੋਂ, ਸਾਡੇ ਜੀਵਨ ਸਿਸਟਮ ਵਿਹਾਰ ਦੇ ਵਿੱਚੋਂ ਉਹਦੀ ਝਲਕ ਪੈ ਰਹੀ ਹੋਵੇ, ਤੇ ਫਿਰ ਸਾਨੂੰ ਦੱਸਣਾ ਨਹੀਂ ਪਏਗਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ। ਸਾਡੇ ਚਿਹਰੇ ਨੂੰ ਵੇਖ ਕੇ, ਸਾਡੇ ਕਿਰਦਾਰ ਨੂੰ ਵੇਖ ਕੇ ਦੁਨੀਆ ਕਹੇਗੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲਾਲ ਹੈ। ਏਦਾਂ ਗੁਰੂ ਕੇ ਪੁੱਤਰ ਬਣੀਏ, ਸਰੂਪ ਨੂੰ ਸੰਭਾਲੀਏ, ਉੱਚੇ ਸੁੱਚੇ ਜੀਵਨ ਨੂੰ ਸੰਭਾਲੀਏ, ਉਹ ਰੂਹਾਨੀਅਤਾਂ ਨੂੰ ਸੰਭਾਲੀਏ ਜਿਹੜੀ ਗੁਰੂ ਨੇ ਦਿੱਤੀ। ਉਹ ਤੇਜ ਦਿਓ ਮੈਂ ਸਾਰਾ ਜਿਹੜਾ ਸਾਹਿਬ ਨੇ ਸਾਡੀ ਝੋਲੀ 'ਚ ਪਾਇਆ, ਉਹ ਨੂਰ ਸਾਡੇ ਨੇਤਰਾਂ 'ਚੋਂ ਟਲਕਾ ਮਾਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਗਲਵੱਕੜੀ 'ਚ ਲੈ ਕੇ ਕਹਿਣਗੇ, ਚਾਰ ਮੂਏ ਤੋਂ ਕਿਆ ਹੁਆ,